ਪਹਿਲ ਸਾਡੀ YouTube ਚੈਨਲ ਦੇਖਣ ਵਾਲਿਓ, ਤੁਹਾਡਾ ਇਸ ਚੈਨਲ 'ਤੇ ਸਵਾਗਤ ਹੈ। ਮੈਂ ਪ੍ਰੋਫੈਸਰ ਲਖਵੀਰ ਸਿੰਘ ਦੀ ਸਵੈ-ਜੀਵਨੀ ਅਸਾਂ ਹਿੰਮਤ ਯਾਰ ਬਣਾਈ ਉਹਦਾ ਆਡੀਓ ਵਰਸ਼ਨ ਪੇਸ਼ ਕਰ ਰਹੀ ਹਾਂ ਪਿਛਲੇ ਸਮੇਂ ਤੋਂ। ਹੁਣ ਮੈਂ ਨੈਕਸਟ ਅਗਲਾ ਐਪੀਸੋਡ ਪੜ੍ਹਨ ਜਾ ਰਹੀ ਹਾਂ, ਇਮਤਿਹਾਨ ਦਰ ਇਮਤਿਹਾਨ। ਮੇਰੀ ਜ਼ਿੰਦਗੀ ਇਮਤਿਹਾਨਾਂ ਦਾ ਮੌਜੂ ਬਣੀ ਰਹੀ। ਬੋਨ ਮੈਰੋ ਟ੍ਰਾਂਸਪਲਾਂਟ ਬਿਨਾਂ ਸ਼ੱਕ ਜ਼ਿੰਦਗੀ ਮੌਤ ਦਾ ਫੈਸਲਾ ਹੈ। ਬੰਦੇ ਨੂੰ ਇੱਕ ਵਾਰ ਜ਼ੀਰੋ ਕਰਕੇ ਮੁੜ ਜੀਣ ਯੋਗ ਬਣਾਇਆ ਜਾਂਦਾ ਹੈ। ਅਸੀਂ ਵੱਡੇ ਐਕਸੀਡੈਂਟ ਜਾਂ ਬਿਮਾਰੀ ਵਿੱਚੋਂ ਨਿਕਲਣ ਨੂੰ ਮੁੜ ਜਨਮ ਹੋਇਆ ਮੰਨਦੇ ਹਾਂ, ਅਤੇ ਬੋਨ ਮੈਰੋ ਟ੍ਰਾਂਸਪਲਾਂਟ ਵਿੱਚ ਤਾਂ ਵਿਹਾਰਕ ਤੌਰ 'ਤੇ ਬੰਦੇ ਨੂੰ ਡਾਕਟਰੀ ਪ੍ਰੋਸੀਜਰ ਨਾਲ ਜ਼ੀਰੋ ਅਵਸਥਾ ਵਿੱਚ ਲਿਜਾ ਕੇ ਫਿਰ ਇੱਕ ਪੌਦੇ ਦੀ ਕਟਿੰਗ ਲਾਉਣ ਵਾਂਗ ਨਵੇਂ ਬੀਜ ਪਾ ਕੇ ਪੁੰਗਾਰਿਆ ਜਾਂਦਾ ਹੈ। ਇੰਨਾ ਵੱਡਾ ਕਰਿਸ਼ਮਾ ਇੱਕ ਬੰਦੇ ਉੱਤੇ ਕਰਨ ਲਈ ਪਹਿਲਾਂ ਬੰਦੇ ਦੀਆਂ ਖਵਾਇਸ਼ਾਂ ਪੁੱਛੀਆਂ ਜਾਂਦੀਆਂ ਹਨ। ਡਾਕਟਰ ਕੋਲੋਂ ਹਰ ਸਵਾਲ ਪੁੱਛਣ ਦਾ ਮੌਕਾ ਦਿੱਤਾ ਜਾਂਦਾ ਹੈ। ਇਲਾਜ ਦੀਆਂ ਥਾਵਾਂ ਦਿਖਾਈਆਂ ਜਾਂਦੀਆਂ ਹਨ। ਟ੍ਰਾਂਸਪਲਾਂਟ ਕਰਨ ਵਾਲਾ ਕਮਰਾ ਦਿਖਾਇਆ ਜਾਂਦਾ ਹੈ। ਗੱਲ ਕੀ ਬੰਦੇ ਦੀ ਹਰ ਗੱਲ ਸੁਣ ਕੇ ਉਸ ਨੂੰ ਤਸੱਲੀ ਕਰਾਈ ਜਾਂਦੀ ਹੈ। ਅਤੇ ਜਦੋਂ ਮੇਰੀ ਪ੍ਰੋਗਨੋਸਿਸ ਰਿਪੋਰਟ ਤਿਆਰ ਹੋ ਗਈ ਤਾਂ ਦਾਖਲ ਹੋਣ ਤੋਂ ਪਹਿਲਾਂ ਟ੍ਰਾਂਸਪਲਾਂਟ ਕਰਨ ਦਾ ਅੰਤਿਮ ਫੈਸਲਾ ਹਾਂ ਪੱਖੀ ਹੋ ਗਿਆ ਸੀ ਤਾਂ ਡਾਕਟਰ ਨਾਲ ਹਰ ਪੱਧਰ 'ਤੇ ਜ਼ਿੰਦਗੀ ਮੌਤ ਦੀ ਖੇਡ 'ਤੇ ਸਵਾਲ ਡਿਸਕਸ ਹੋ ਚੁੱਕੇ ਸਨ। ਹਰ ਪਾਸੇ ਤੋਂ ਤਸੱਲੀ ਹੋ ਚੁੱਕੀ ਸੀ। ਦਾਖਲੇ ਤੋਂ ਪਹਿਲਾਂ ਤੇ ਸਾਰਾ ਕੁਝ ਤੈਅਸ਼ੁਦਾ ਹੋਣ ਉੱਤੇ ਡਾਕਟਰ ਲਲਿਤ ਜੀ ਨੇ ਮੇਰਾ ਪੈਰਾਮੈਡੀਕਲ ਸਟਾਫ ਦੀ ਡਿਊਟੀ ਲਗਾਈ ਕਿ ਉਹ ਮੈਨੂੰ ਇੱਕ ਕਮਰਾ ਦਿਖਾ ਦੇਣ ਜਿਸ ਵਿੱਚ ਮੇਰਾ ਬੋਨ ਮੈਰੋ ਟ੍ਰਾਂਸਪਲਾਂਟ ਕੀਤਾ ਜਾਣਾ ਹੈ। ਲਿਫਟ ਦੇ ਮਾਧਿਅਮ ਨਾਲ ਮੈਂ ਤੇ ਹਰਵਿੰਦਰ ਉਸ ਮੰਜ਼ਿਲ ਤੱਕ ਪਹੁੰਚ ਗਏ। ਜਦੋਂ ਅਸੀਂ ਕਮਰੇ ਵਿੱਚ ਦਾਖਲ ਹੋਣ ਲੱਗੇ ਤਾਂ ਵਾਰਡ ਸਿਸਟਰ ਨੇ ਇੱਕਦਮ ਸਾਨੂੰ ਦਰਵਾਜ਼ੇ ਦੇ ਬਾਹਰ ਰੋਕ ਦਿੱਤਾ। ਚੰਦ ਕੁ ਪਲ ਇੰਤਜ਼ਾਰ ਕਰਨ ਲਈ ਕਿਹਾ। ਕੀ ਮਾਜਰਾ ਦੇਖਦੇ ਹਾਂ, ਇੱਕ ਸਟ੍ਰੈਚਰ ਬਾਹਰ ਨਿਕਲਦਾ ਹੈ ਜਿਸ ਉੱਤੇ ਇੱਕ ਡੈੱਡ ਬੋਡੀ ਪੂਰੇ ਸਨਮਾਨ ਨਾਲ ਢਕੀ ਬਾਹਰ ਆਉਂਦੀ ਹੈ ਅਤੇ ਪਿੱਛੋਂ ਸਿਸਟਰ ਮੈਨੂੰ ਕਮਰੇ ਅੰਦਰ ਜਾਣ ਦਾ ਇਸ਼ਾਰਾ ਕਰਦੀ ਹੈ। ਅਸੀਂ ਮੀਆਂ ਬੀਵੀ ਇੱਕ ਦੂਜੇ ਦੇ ਸੰਗੀ ਪਰ ਨਿਰਭਰ ਨੀਵੀਂ ਪਾ ਕੇ ਇਕੱਲੇ ਉਸ ਕਮਰੇ ਵਿੱਚ ਦਾਖਲ ਹੋ ਗਏ। ਅਸੀਂ ਅੰਦਰ ਵੜ ਕੇ ਕਮਰਾ ਤਾਂ ਦੇਖਿਆ ਨਹੀਂ, ਮੌਤ ਦੇ ਪਰਮ ਸੱਚ ਨੂੰ ਨਤਮਸਤਕ ਹੁੰਦੇ ਹੋਏ ਦੋਹਾਂ ਨੇ ਨਮ ਅੱਖਾਂ ਨਾਲ ਵਿਛੜੀ ਆਤਮਾ ਨੂੰ ਸ਼ਰਧਾਂਜਲੀ ਦਿੰਦਿਆਂ ਸ਼ਰਧਾ ਨਾਲ ਚੁੱਪ-ਚੁਪੀਤਿਆਂ ਅਰਪਿਤ ਕੀਤੇ। ਹਸਪਤਾਲ ਦਾ ਕਮਰਾ ਕੀ ਸੀ, ਕਿੱਦਾਂ ਸੀ, ਸਾਨੂੰ ਕੋਈ ਪਤਾ ਨਹੀਂ। ਬਸ ਅਸੀਂ ਕਮਰੇ ਅੰਦਰ ਵੜੇ ਸਾਂ। ਕੰਧਾਂ, ਖਿੜਕੀਆਂ, ਬਾਥਰੂਮ, ਕਮਰੇ ਦੀ ਸਮੁੱਚੀ ਹਾਲਤ ਦੇਖਣ ਦੀ ਬਜਾਏ ਇੱਕ ਦੂਜੇ ਦੇ ਨੈਣ ਝਰੋਖਿਆਂ ਰਾਹੀਂ ਮਨ ਅੰਦਰ ਝਾਤੀ ਮਾਰੀ ਸੀ। ਇਮਤਿਹਾਨ ਦਰ ਇਮਤਿਹਾਨ ਦੀ ਕਹਾਣੀ ਸਾਂਝੀ ਕੀਤੀ ਸੀ। ਅੱਗੋਂ ਕੀ ਦੱਸਾਂ, ਬੜੀ ਲੰਬੀ ਕਸ਼ਮਕਸ਼ ਤੇ ਘਾਲਣਾ ਤੋਂ ਬਾਅਦ ਜਦੋਂ ਕਮਰਾ ਮਿਲਿਆ ਤਾਂ ਫਿਰ ਉਹੀ ਮਿਲਿਆ ਜਿਸ ਵਿੱਚੋਂ ਅਸੀਂ ਅਣਪਛਾਤੀ ਲਾਸ਼ ਨੂੰ ਵਿਦਾਇਗੀ ਦਿੱਤੀ ਸੀ। ਇਹ ਗੱਲ ਸੱਚ ਹੈ। ਜਦੋਂ ਉਸ ਕਮਰੇ ਵਿੱਚ ਅਸਾਂ ਅੱਖਾਂ ਮਿਲਾ ਕੇ ਚੁੱਪ ਦੀ ਭਾਸ਼ਾ ਵਿੱਚ ਗੱਲ ਕੀਤੀ ਤਾਂ ਮੈਂ ਖੁਦ ਨਾਲ ਇੱਕ ਵਾਅਦਾ ਬੜਾ ਪੱਕਾ ਕੀਤਾ ਕਿ ਲਖਬੀਰ, ਤੂੰ ਇੱਥੋਂ ਆਪ ਚੱਲ ਕੇ ਬਾਹਰ ਨਿਕਲਣਾ ਹੈ, ਸਟ੍ਰੈਚਰ ਉੱਤੇ ਬੇਸਾਹ ਹੋ ਕੇ ਲੇਟ ਕੇ ਨਹੀਂ। ਸੋ ਐਸਾ ਹੀ ਹੋਇਆ। ਟ੍ਰਾਂਸਪਲਾਂਟ 'ਚ ਬਹੁਤ ਮੁਸ਼ਕਲਾਂ ਆਈਆਂ, ਲੇਕਿਨ ਹਰ ਪੜਾਅ ਸਫਲਤਾਪੂਰਵਕ ਕਰਿਸ਼ਮੇ ਵਾਂਗ ਪੂਰਾ ਹੁੰਦਾ ਗਿਆ। ਇਸ ਸਭ ਕਾਸੇ ਵਿੱਚ ਮੈਨੂੰ ਆਪਣਾ ਆਪ ਖੁਦ ਜ਼ਿੰਦਗੀ ਜ਼ਿੰਦਾਬਾਦ ਦੀ ਕਹਾਣੀ ਦਾ ਮੁੱਖ ਪਾਤਰ ਹੀ ਲੱਗਣ ਲੱਗ ਪਿਆ। ਕਿੰਨੀਆਂ ਮੁਸ਼ਕਲਾਂ ਘਾਟੀਆਂ ਲੰਘਣੀਆਂ ਪਈਆਂ, ਲੇਕਿਨ ਅੰਤ ਨੂੰ ਜਿੱਤ ਮਿਲਦੀ ਰਹੀ। ਹੁਣ ਆਪਾਂ ਪ੍ਰੋਫੈਸਰ ਸਾਹਿਬ ਕੋਲੋਂ ਪੁੱਛਦੇ ਹਾਂ ਕਿ ਉਹਨਾਂ ਨੂੰ ਕਿਸ ਤਰ੍ਹਾਂ ਹੁਣ ਸੁਣ ਕੇ ਅਗਲਾ ਲੱਗਿਆ। ਇਹ ਬੜੀ ਇਸ ਗੱਲ ਦਾ ਫੈਸਲਾ ਲੈਣਾ ਟ੍ਰਾਂਸਪਲਾਂਟ ਕਰਨ ਦਾ, ਜਦੋਂ ਟ੍ਰਾਂਸਪਲਾਂਟ ਦੇ ਬਾਰੇ 'ਚ ਬੋਨ ਮੈਰੋ ਟ੍ਰਾਂਸਪਲਾਂਟ ਦੇ ਬਾਰੇ 'ਚ ਸਾਰਾ ਜਾਣਿਆ ਅਤੇ ਉਦੋਂ ਵੀ ਇਹ ਗੱਲ ਬੜੀ ਭਿਆਨਕ ਲੱਗੀ ਕਿ ਕਿਸ ਤਰ੍ਹਾਂ ਨਾਲ ਇੱਕ ਬੰਦੇ ਨੂੰ ਬਿਲਕੁਲ ਉਸ ਦਾ ਜਿਹੜਾ ਬੋਨ ਮੈਰੋ ਜ਼ੀਰੋ ਕਰ ਦਿੱਤਾ ਜਾਂਦਾ ਹੈ। ਉਸ ਤੋਂ ਬਾਅਦ
ਜਿਹੜਾ ਨਵੇਂ ਸਿਰੇ ਤੋਂ ਉਸ ਅੰਦਰ ਬੋਨ ਮੈਰੋ ਪੈਦਾ ਹੁੰਦਾ ਹੈ ਅਤੇ ਉਸ ਦੇ ਨਾਲ ਫਿਰ ਆਦਮੀ ਜਿਹੜਾ ਮੁੜ ਕੇ ਜਿਹੜਾ ਆਪਣੇ ਨਾਰਮਲ ਕੰਡੀਸ਼ਨ ਦੇ ਵਿੱਚ ਆਉਂਦਾ ਹੈ। ਇਸੇ ਢੰਗ ਨਾਲ ਮੇਰੇ ਨਾਲ ਵਾਪਰੀ। ਪਹਿਲਾਂ ਤਾਂ ਇਹ ਗੱਲ ਬੜੀ ਅਜੀਬ ਲੱਗਦੀ ਸੀ, ਔਰ ਉਹਨਾਂ ਮੌਕਿਆਂ 'ਚ, ਕਿਉਂਕਿ ਅੱਜ ਤੋਂ 15 ਸਾਲ ਪੁਰਾਣੀ ਗੱਲ ਹੈ, ਉਹਨਾਂ ਮੌਕਿਆਂ 'ਚ ਇੰਨੀ ਅਵੇਅਰਨੈਸ ਵੀ ਨਹੀਂ ਸੀ ਮੈਡੀਕਲ ਸਾਇੰਸ ਬਾਰੇ, ਅਤੇ ਬਹੁਤਾ ਪਤਾ ਵੀ ਨਹੀਂ ਸੀਗਾ। ਇਹ ਬੜਾ ਭਿਆਨਕ ਲੱਗਦਾ ਸੀ ਸਾਰਾ, ਪਰ ਬੜੇ ਵਧੀਆ ਢੰਗ ਦੇ ਨਾਲ ਡਾਕਟਰ ਔਰ ਜਿਹੜਾ ਨਰਸਿੰਗ ਸਟਾਫ ਸੀ, ਉਹਨਾਂ ਸਾਰਿਆਂ ਦੇ ਸਹਿਯੋਗ ਨਾਲ ਜਿਹੜਾ ਬੋਨ ਮੈਰੋ ਟ੍ਰਾਂਸਪਲਾਂਟ ਹੋਇਆ। ਸਭ ਤੋਂ ਪਹਿਲਾਂ ਹਾਈ ਡੋਜ਼ ਕੀਮੋ ਦਿੱਤੀ ਗਈ। ਹਾਈ ਡੋਜ਼ ਕੀਮੋ ਦੇਣ ਦਾ ਮਤਲਬ ਇਹ ਹੁੰਦਾ ਹੈ ਕਿ ਸਰੀਰ ਅੰਦਰ ਜਿੰਨੇ ਵੀ ਸਾਡੇ ਸੈੱਲ ਨੇ, ਚਾਹੇ ਉਹ ਕੈਂਸਰ ਵਾਲੇ ਨੇ ਜਾਂ ਦੂਸਰੇ ਨੇ, ਉਹਨਾਂ ਸਾਰਿਆਂ ਨੂੰ ਖਤਮ ਕਰ ਦਿੱਤਾ ਜਾਂਦਾ ਹੈ। ਉਸ ਤੋਂ ਬਾਅਦ ਜਿਹੜਾ ਨਵੇਂ ਸੈੱਲ ਪੈਦਾ ਹੁੰਦੇ ਨੇ ਅਤੇ ਨਵੇਂ ਸਿਰੋਂ ਜ਼ਿੰਦਗੀ ਸ਼ੁਰੂ ਹੁੰਦੀ ਹੈ। ਸੋ ਇਸ ਤਰ੍ਹਾਂ ਦਾ ਅਮਲ, ਇਸ ਤਰ੍ਹਾਂ ਦਾ ਜਿਹੜਾ ਦੌਰ, ਉਸ ਦੇ ਵਿੱਚੋਂ ਨਿਕਲ ਕੇ ਫਿਰ ਨਾਰਮਲ ਹਾਲਾਤ ਵਿੱਚ ਆਏ। ਸ਼ਕਲ ਬਦਲ ਗਈ ਸੀ, ਵਾਲ ਉੱਡ ਗਏ ਸਨ, ਪਰ ਬਾਅਦ ਵਿੱਚ ਸਾਰਾ ਉਹ ਠੀਕ ਠਾਕ ਹੋ ਗਿਆ। ਉਹ ਨਾਰਮਲ ਜ਼ਿੰਦਗੀ, ਨਾਰਮਲ ਸਾਰਾ ਕੰਮਕਾਰ ਔਰ ਸਭ ਕੁਝ ਉਸੇ ਤਰ੍ਹਾਂ ਚੱਲਣ ਲੱਗ ਪਿਆ। ਥੈਂਕ ਯੂ ਪ੍ਰੋਫੈਸਰ ਸਾਹਿਬ। ਮਨ ਤਾਂ ਇੱਕ ਵਾਰੀ ਭਰ ਜਾਂਦਾ ਜਦੋਂ ਸਾਰੀਆਂ ਗੱਲਾਂ ਆਪਾਂ ਯਾਦ ਕਰਦੇ ਹਾਂ, ਪਰ ਇਹ ਜ਼ਿੰਦਗੀ ਦੀ ਸੱਚਾਈ ਹੈ। ਸ਼ੁਕਰੀਆ।